ਸਦੀਆਂ ਤੋਂ ਅਲੱਗ-ਅਲੱਗ ਮਜ਼ਹਬਾਂ, ਕੌਮਾਂ ਦੇ ਮੁਲਕਾਂ ਦੇ ਲੋਕ ਕਦੇ ਹਮਲਾਵਰ, ਕਦੇ ਵਪਾਰੀ, ਕਦੇ ਯਾਤਰੀ, ਕਦੇ ਸ਼ਰਨਾਰਥੀ ਬਣ ਕੇ ਹਿੰਦੁਸਤਾਨ ਆਉਂਦੇ ਰਹੇ, ਜਿਹੜਾ ਮੁਲਕ ਹਿੰਦੂਆਂ ਦਾ ਸੀ। ਹਿੰਦੂਆਂ ਨੇ ਪਰ ਉਨ ਵਿਦੇਸ਼ੀਆਂ ਤੇ ਧਰਮ ਪਰਿਵਰਤਨ ਵਾਸਤੇ ਕਦੇ ਦਬਾਅ ਨਹੀਂ ਪਾਇਆ। ਉਹ ਸਾਰੇ ਮਜ਼ਹਬ, ਕੌਮਾਂ ਤੇ ਜ਼ੁਬਾਨਾਂ ਹਿੰਦੁਸਤਾਨ ਵਿੱਚ ਸਮਾ ਗਏ ਤੇ ਇੱਕ ਨਵੀਂ ਸੰਸਕ੍ਰਿਤੀ ਤੇ ਸਮਾਜ ਨੇ ਜਨਮ ਲਿਆ। ਇਸ ਸੰਸਕ੍ਰਿਤੀ ਨੇ ਅਣਗਿਣਤ ਰਹਿਨੁਮਾ ਪੈਦਾ ਕੀਤੇ, ਜਿਹੜੇ ਸਾਰੇ ਹਿੰਦੁਸਤਾਨੀਆਂ ਵਾਸਤੇ ਮਾਣ ਦਾ ਵਿਸ਼ੇ ਹਨ। ਪੰਜਾਬ ਦੀ ਰੂਹ, ਸੱਭਿਆਚਾਰ, ਕਲਾ ਤੇ ਸਿਆਸਤ ਦਾ ਮਰਕਜ਼ ਹੈ ਪਵਿੱਤਰ ਸ਼ਹਿਰ ਅੰਮ੍ਰਿਤਸਰ, ਤੇ ਜਿੱਥੇ ਸਾਰੇ ਭੇਦਭਾਵ ਮਿਟ ਜਾਣ ਤੇ ਸਿਰ ਸ਼ਰਧਾ ਨਾਲ ਝੁਕ ਜਾਏ, ਉਹ ਕੇਂਦਰ ਬਿੰਦੂ ਹੈ ਅੰਮ੍ਰਿਤਸਰ ਦਾ ਹਰਮੰਦਰ ਸਾਹਿਬ। ਹਰਮੰਦਰ ਸਾਹਿਬ ਧਰਮ ਨਿਰਪੇਖਤਾ ਤੇ ਗੁਰੂਆਂ ਦੀ ਦੂਰਅੰਦੇਸ਼ੀ ਦੀ ਅਜਿਹੀ ਮਿਸਾਲ ਹੈ ਜਿਹੜੀ ਦੁਨੀਆ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੋਂ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਨੀਂਹ ਆਪਣੇ ਵੇਲੇ ਦੇ ਪਹੁੰਚੇ ਹੋਏ ਸੂਫੀ ਮੀਆਂ ਮੀਰ ਕੋਲੋਂ ਰਖਵਾਈ। ਧਰਮ ਨਿਰਪੇਖਤਾ ਦੀ ਇਹ ਮਿਸਾਲ ਪੰਜਾਬ ਦੇ ਘਰ ਘਰ ਦੀ ਜੋਤ ਹੈ। ਇਤਿਹਾਸ ਦੇ ਹਰ ਦੌਰ ਵਿੱਚ ਪੰਜਾਬ ਦੇ ਰਣਬਾਂਕੁਰਿਆਂ ਨੇ ਆਪਣੀ ਕੁਰਬਾਨੀ ਦੇ ਕੇ ਮੁਲਕ ਦੀ ਖਿਦਮਤ ਕੀਤੀ। ਆਜ਼ਾਦੀ ਦੀ ਜੰਗ ਦੇ ਯੁੱਗ ਵਿੱਚ ਲਾਲਾ ਲਾਜਪਤ ਰਾਏ, ਸ਼ਹੀਦ ਆਜ਼ਮ ਭਗਤ ਸਿੰਘ ਤੇ ਊਧਮ ਸਿੰਘ ਅਜਿਹੇ ਦੇਸ਼ ਭਗਤਾਂ ਨੇ ਹੱਸਦੇ ਹੱਸਦੇ ਮੌਤ ਨੂੰ ਕਿਸੇ ਮਹਿਬੂਬਾ ਦੀ ਤਰ੍ਹਾਂ ਗਲੇ ਲਗਾਇਆ। ਇਸ ਮਹਾਯੱਗ ਵਿੱਚ ਲੱਖਾਂ ਕਰੋੜਾਂ ਦਾ ਯੋਗਦਾਨ ਹੈ ਤੇ ਇਹਨਾਂ ਵਿੱਚੋਂ ਵੀ ਕਈ ਤਾਰਿਆਂ ਵਾਂਕਣ ਚਮਕਦੇ ਰਹਿਣਗੇ। ਇੱਕ ਇਹੋ ਜਿਹਾ ਨਾਂ ਹੈ ਡਾਕਟਰ ਸੈਫੂਦੀਨ ਕਿਚਲੂ ਦਾ। ਕਸ਼ਮੀਰ ਤੋਂ ਚੱਲ ਕੇ ਅੰਮ੍ਰਿਤਸਰ ਵਿੱਚ ਵਸਦੇ ਹੋਏ ਕਿਚਲੂ ਪਰਿਵਾਰ ਨੂੰ ਧਰਮ ਨਿਰਪੇਖਤਾ, ਉਹਨਾਂ ਦੀ ਜਨਮ ਭੂਮੀ, ਰਿਸ਼ੀਆਂ ਮੁਨੀਆਂ ਦੀ ਕਰਮ ਭੂਮੀ, ਕਸ਼ਮੀਰ ਦੀ ਹਸੀਨ ਵਾਦੀਆਂ ਚੋਂ ਵਿਰਸੇ 'ਚ ਪ੍ਰਾਪਤ ਹੋਈ। ਸੈਫੂਦੀਨ ਕਿਚਲੂ ਦੇ ਪੜਦਾਦਾ ਪੰਡਿਤ ਪ੍ਰਕਾਸ਼ ਵੀਰ ਕਿਚਲੂ ਨੇ ਸੂਫੀਵਾਦ ਤੋਂ ਪ੍ਰਭਾਵਿਤ ਹੋ ਕੇ ਇਸਲਾਮ ਆਪਣੀ ਖੁਸ਼ੀ ਨਾਲ ਕਬੂਲ ਕੀਤਾ। ਉਹ ਅਰਬੀ ਘੋੜਿਆਂ ਤੇ ਕਾਲੀਨਾਂ ਦਾ ਵਪਾਰ ਕਰਦੇ ਸਨ ਤੇ ਉਸੇ ਖਾਤਰ ਉਹ ਅੰਮ੍ਰਿਤਸਰ ਆਏ। जो लाहौरी गेट है वहाँ उनका मकान था, उसका भी पता नहीं चलता क्योंकि वो गिरवी था। जब जेल में जाते थे तो गिरवी रखते थे, जब निकलते थे तो दूसरी हवेली गिरवी रखते थे। सन 65 तो पहले मैंने डॉक्टर सैफुद्दीन किचलू की स्पीच सुनी थी और उस टाइम उन्होंने हिंदू और मुसलमान को एक गिलास में पानी पिलाया था। हाँ जी, उनका मकान कटरा 22 में था और उनकी बड़ी कुर्बानी थी। ਡਾਕਟਰ ਸੈਫੂਦੀਨ ਕਿਚਲੂ ਦਾ ਜਨਮ ਸਨ 1888 ਵਿੱਚ ਅੰਮ੍ਰਿਤਸਰ ਵਿੱਚ ਹੋਇਆ। ਇਹਨਾਂ ਦੇ ਪਿਤਾ ਅਜ਼ੀਜ਼ੁਦੀਨ ਕਿਚਲੂ ਤੇ ਮਾਤਾ ਜਾਮ ਬੀਵੀ ਕਿਚਲੂ ਸਨ। ਡਾਕਟਰ ਸੈਫੂਦੀਨ ਕਿਚਲੂ ਦੀ ਪੜ੍ਹਾਈ ਅੰਮ੍ਰਿਤਸਰ ਵਿੱਚ ਹੋਈ। ਫਿਰ ਉਹ ਆਗਰਾ ਤੇ ਅਲੀਗੜ੍ਹ ਪੜ੍ਹਨ ਲਈ ਗਏ। ਵਿਦੇਸ਼ ਜਾ ਕੇ ਉਹਨਾਂ ਨੇ ਕੈਂਬਰਿਜ ਤੋਂ ਬਾਰਟ ਲਾ ਤੇ ਜਰਮਨੀ ਤੋਂ PhD ਦੀ ਡਿਗਰੀ ਹਾਸਲ ਕੀਤੀ। ਹਾਲਾਂਕਿ ਉਹ ਪੜ੍ਹਾਈ ਵਾਸਤੇ ਵਿਦੇਸ਼ ਗਏ, ਪਰ ਆਪਣੇ ਮੁਲਕ ਤੇ ਕੌਮ ਦੀ ਮੁਹੱਬਤ ਨੇ ਉਹਨਾਂ ਨੂੰ ਮਜਬੂਰ ਕੀਤਾ ਕਿ ਉਹ ਭਾਰਤ ਆ ਕੇ ਆਪਣੇ ਮੁਲਕ ਦੀ ਖਿਦਮਤ ਵਿੱਚ
जी जान नाल लग जान। जर्मनी में पीएचडी की, फिर वापस आए। पहले तो वो रावलपिंडी चले गए, तो वहीं उनका झगड़ा हो गया डिप्टी कमिश्नर के साथ। तो हमारे दादा जो थे अजीजुद्दीन, उनको डर लगा क्योंकि उसको तो अंग्रेज़ों का बहुत खौफ था, इसलिए वो रावलपिंडी से बुला लिया कि बेटा इधर आ जा। ਮੁਲਕ ਆ ਕੇ ਉਹਨਾਂ ਨੇ ਲਾਅ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਇਸੇ ਦਰਮਿਆਨ ਉਹਨਾਂ ਦਾ ਨਿਕਾਹ ਉਹਨਾਂ ਦੇ ਸ਼ਹਿਰ ਦੇ ਮਸ਼ਹੂਰ ਵਕੀਲ ਮੀਆਂ ਹਫੀਜ਼ੁੱਲਾ ਦੀ ਬੇਟੀ ਸਾਦਤ ਬਾਨੋ ਨਾਲ ਹੋ ਗਿਆ ਤੇ ਉਹਨਾਂ ਦੇ ਘਰ 5 ਪੁੱਤਰ ਤੇ 5 ਧੀਆਂ ਪੈਦਾ ਹੋਈਆਂ। ਮੁਲਕ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਿਹਾ ਸੀ ਤੇ ਜਿਉਂ-ਜਿਉਂ ਬਰਤਾਨੀਆ ਸਰਕਾਰ ਦੇ ਹੱਥਕੰਡੇ ਹਿੰਦੁਸਤਾਨ ਨੂੰ ਕੱਸ ਕੇ ਜਕੜਨ ਦੀ ਫਿਰਾਕ ਵਿੱਚ ਜ਼ੁਲਮ ਪਾਸੇ ਵੱਧ ਰਹੇ ਸੀ, ਤਿਉਂ-ਤਿਉਂ ਹਿੰਦੁਸਤਾਨ ਦਾ ਆਵਾਮ ਇੱਕ ਆਵਾਜ਼ ਨਾਲ ਮੁਲਕ ਦੀ ਆਜ਼ਾਦੀ ਲਈ ਕਮਰ ਕੱਸ ਰਿਹਾ ਸੀ ਤੇ ਡਾਕਟਰ ਕਿਚਲੂ ਨੇ ਵੀ ਇਸ ਲੜਾਈ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਸੈਫੂਦੀਨ ਕਿਚਲੂ ਬੜੇ ਪ੍ਰਭਾਵਸ਼ਾਲੀ ਤੇ ਜੋਸ਼ ਨਾਲ ਭਰਪੂਰ ਭਾਸ਼ਣ ਦੇ ਕੇ ਆਵਾਮ ਨੂੰ ਉਤਸ਼ਾਹ ਨਾਲ ਭਰ ਦਿੰਦੇ ਸੀ। ਆਵਾਮ ਨੂੰ ਆਪਣੀ ਤਰਫ ਆਕਰਸ਼ਿਤ ਕਰਨ ਲੈਣ ਦੀ ਕਲਾ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਸੀ। ਸਿਆਸੀ ਲੀਡਰਾਂ ਵਿੱਚ ਬਾਲ ਗੰਗਾਧਰ ਤਿਲਕ ਅਜਿਹੇ ਗੁਰੂ ਧਾਰਨ ਵਾਲੇ ਡਾਕਟਰ ਸੈਫੂਦੀਨ ਆਪਣੇ ਸਮਕਾਲੀਨ ਲੀਡਰ ਡਾਕਟਰ ਰਾਜਿੰਦਰ ਪ੍ਰਸਾਦ, ਨਹਿਰੂ ਤੇ ਮਹਾਤਮਾ ਗਾਂਧੀ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ। ਅੰਮ੍ਰਿਤਸਰ ਮਿਊਨਿਸਪਲ ਕਮੇਟੀ ਦਾ ਪਹਿਲੇ ਚੁਣਾਵ ਨਹੀਂ ਹੁੰਦਾ ਸੀ। ਕਿਸੇ ਵੀ ਅੰਗਰੇਜ਼ ਨੂੰ ਹਕੂਮਤ ਪਦ ਤੇ ਬਿਠਾ ਦਿੰਦੀ ਸੀ। ਡਾਕਟਰ ਕਿਚਲੂ ਨੇ ਇਸ ਤਾਨਾਸ਼ਾਹੀ ਦੇ ਖਿਲਾਫ ਆਵਾਜ਼ ਉਠਾਈ ਤੇ ਮਿਊਨਿਸਪਲ ਕਮੇਟੀ ਦਾ ਇਲੈਕਸ਼ਨ ਕਰਨ ਲਈ ਹਕੂਮਤ ਨੂੰ ਮਜਬੂਰ ਕਰ ਦਿੱਤਾ। ਪਹਿਲੇ ਚੁਣਾਵ ਵਿੱਚ ਹੀ ਹਰਦਿਲ ਅਜ਼ੀਜ਼ ਡਾਕਟਰ ਸੈਫੂਦੀਨ ਕਿਚਲੂ ਚੁਣ ਲਿੱਤੇ ਗਏ ਤੇ ਅਧਿਅਕਸ਼ ਪਦ ਤੇ ਨਿਯੁਕਤ ਹੋਏ। ਲੋਕਤਾਂਤਰਿਕ ਪ੍ਰਣਾਲੀ ਦੀ ਅੰਮ੍ਰਿਤਸਰ ਵਿੱਚ ਇਹ शुरुआत सी। जब अंग्रेज का राज था तो उस समय जो असेंबली पार्लियामेंट तो नहीं थी, इस पर तो अंग्रेज आप कब्जा करते थे, परंतु म्यूनसिपल कमेटी में कुछ राइट दिए हुए थे। तो अमृतसर की म्यूनसिपल कमेटी में जो सबसे बड़ी भूमिका निभाई है वो डॉक्टर सैफुद्दीन किचलू साहब ने निभाई है। उस समय की बात है जब 1918 में लोगों के पास डेमोक्रेटिक राइट नहीं थे और रॉलेट एक्ट की बात की जा रही थी। तो उस समय क्या हुआ कि अमृतसर की म्यूनसिपल कमेटी में सबसे पहली बार डॉक्टर किचलू जी ने ये आवाज़ बुलंद की कि म्यूनसिपल कमेटी के प्रेसिडेंट की इलेक्शन जो पहले नॉमिनेशन होती थी उसकी इलेक्शन होनी चाहिए, और उन्होंने वो इलेक्शन कंटेस्ट की और उन्होंने सबसे पहले जो डेमोक्रेटिक राइट के लिए लड़ाई लड़ी। अंग्रेजी सरकार का दमन दिनों दिन वध रहा सी। डॉक्टर सैफुद्दीन किचलू ने रॉलेट एक्ट के खिलाफ अंदोलन की अगवाई क्रांतिकारी ढंग नाल कीती ते ऑल इंडिया खिलाफत अंदोलन विच पुरजोर हिस्सा लिता। अगर इतिहास को आप देखेंगे, ये थी कि इतना वो रॉलेट एक्ट के ख़िलाफ़ एजिटेशन चला रहे थे, बहुत ज़बरदस्त एजिटेशन। वो और डॉक्टर सत्यपाल ने जुलूस निकाले और जुलूसों में इतनी हाज़िरी हो गई, 50-50 हज़ार आदमी, हिंदू मुसलमान सिख, इतने जुलूसों में इतनी भारी तादाद में कोई अपने घर में रहा नहीं। अमृतसर में यहाँ जुलूस निकले जिससे वो बहुत घबरा गए, अंग्रेज़ बहुत घबरा गए, और उसमें उन्हीं दिनों में अंग्रेज़ों ने उनको ले जाकर डॉक्टर धर्मशाला में नज़रबंद कर दिया। जब लोगों को, अमृतसर वासियों को ये पता लगा कि डॉक्टर साहब को और सतपाल को धर्मशाला गिरफ्तार करके ले गए हैं, अभी उनको तो सारे बाहर निकला है। तो ये जो पौड़ियों वाला पुल है इस पे पहुँच के ताकि डिप्टी कमिश्नर से फरियाद करें, लेकिन फरियाद की बजाय उन पर गोलियाँ चलाएंगी और 10 और 12 आदमी शहीद हो गए, और उनकी वो लाशों उठा के फिर दरियागंज से लेकर कुतवाली तक आए और वो तोड़ फोड़ सारे पंजाब में फिर डाल दी।
ਡਾਕਟਰ ਸੈਫੂਦੀਨ ਕਿਚਲੂ ਤੇ ਸੱਤੇਪਾਲ ਦੀ ਸ਼ਖਸੀਅਤ ਇੰਨੀ ਅਜ਼ੀਮ ਸੀ ਕਿ ਜਲਿਆਂਵਾਲਾ ਬਾਗ ਦੇ ਇਤਿਹਾਸਿਕ ਜਲਸੇ ਦੀ ਸਦਾਰਤ ਵਾਸਤੇ ਆਵਾਮ ਨੇ ਉਹਨਾਂ ਦੀ ਤਸਵੀਰਾਂ ਨੂੰ ਹੀ ਉਹਨਾਂ ਦੀ ਮੌਜੂਦਗੀ ਮੰਨ ਲਿੱਤਾ। ਡਾਕਟਰ ਸੈਫੂਦੀਨ ਕਿਚਲੂ ਨੂੰ ਜਲਿਆਂਵਾਲਾ ਬਾਗ ਦਾ ਹੀਰੋ ਕਿਹਾ ਜਾਂਦਾ ਹੈ। ਇਹ ਜਲਸਾ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦਾ मील का पत्थर साबित होया। जलसे से पहले लाला गिरधारी लाल का ने सदारत करनी थी, तो लोगों ने कहा नहीं, डॉक्टर किचलू की तस्वीर जो है वो सदारत करेगी। तो इसकी वजह से सारे जो खाली पंजाब में ही नहीं, सारे मुल्क में एक लहर दौड़ गई। पंजाब विच एक पासे बैसाखी दीयां खुशियां, देश प्रेम का जोश ठाठा मारदा। इसे खुशी के मौके ते ਅੰਮ੍ਰਿਤਸਰ ਦੀਆਂ ਔਰਤਾਂ, ਮਰਦ, ਨੌਜਵਾਨ ਤੇ ਬੱਚੇ ਸ਼ਾਂਤੀ ਨਾਲ ਜਲਸਾ ਕਰਨ ਲਈ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਇਕੱਠੇ ਹੋਏ। ਦੂਜੇ ਪਾਸੇ ਕਰੂਰਤਾ ਤੇ ਜੰਗਲੀਪਨ ਦੀ ਤਸਵੀਰ ਜ਼ਾਲਿਮ ਜਨਰਲ ਡਾਇਰ ਨੇ ਅੰਮ੍ਰਿਤਸਰ ਕੋਤਵਾਲੀ ਤੋਂ ਦਸਤਿਆਂ ਨੂੰ ਮਾਰਚ ਕਰਨ ਦਾ ਹੁਕਮ ਦਿੱਤਾ। ਜਲਿਆਂਵਾਲਾ ਬਾਗ ਵੱਲ ਜਾਂਦੀਆਂ ਭੀੜੀਆਂ ਗਲੀਆਂ ਵਿੱਚ ਥਾਂ-ਥਾਂ ਤੋਪਾਂ ਤੇ ਮਸ਼ੀਨ ਗਨਾਂ ਦੇ ਮੋਰਚੇ ਤੈਨਾਤ ਕੀਤੇ ਤੇ ਗੋਲੀਬਾਰੀ ਦਾ ਹੁਕਮ ਦੇ ਦਿੱਤਾ। ਜਸ਼ਨ ਮਨਾਉਂਦੀ ਭੀੜ ਲਾਸ਼ਾਂ ਦੇ ਢੇਰ ਵਿੱਚ ਬਦਲ ਗਈ। 400 ਤੋਂ ਉੱਤੇ ਹਿੰਦੁਸਤਾਨੀ ਸ਼ਹੀਦ ਹੋ ਗਏ। ਖੂੰਖਾਰ ਅੰਗਰੇਜ਼ੀ ਹੁਕੂਮਤ ਤੇ ਉਹਦੇ ਜ਼ਾਲਿਮ ਨੁਮਾਇੰਦਿਆਂ ਨੇ ਜੰਗਲੀ ਦਰਿੰਦਿਆਂ ਦਾ ਰੂਪ ਧਾਰਨ ਕਰਕੇ ਨਿਹੱਥੇ ਹਿੰਦੁਸਤਾਨੀਆਂ ਤੇ ਐਸਾ ਹਮਲਾ ਕੀਤਾ ਕਿ ਤਹਿਜ਼ੀਬਾਂ ਦੀ ਰੂਹ ਕੰਬ ਗਈ। इस हादसे ने हिंदुस्तानी दिलों में कदी ना मिटन वाली छाप छड्डी। बच्चा बच्चा अंग्रेज का दुश्मन हो गया। इन्हां बच्चों विचों एक बच्चा सी ऊधम सिंह, जिसने 21 साल बाद जनरल डायर नूं गोली मार के ढेर कर दिता ते अपनी प्रतिज्ञा पूरी की। डॉक्टर किचलू ने इस हादसे तो तिलमिला के होर भी जोश नाल आवाम नूं जागृत करना शुरू किया। दिन ब दिन डॉक्टर किचलू अंग्रेज सरकार दी अखां दी किरकिरी बनते जा रहे सी। जलसों में हम जाया करते थे तो वो उसमें हम देखते थे उन्हें, तो उनकी एक पर्सनैलिटी जो थी वो बहुत ही, उससे हम मरूब होते थे। तो देखकर ही उनको ये महसूस होता था अपनी यंग एज में, बहुत ही लड़कपन में, कि ये कोई बहुत मतलब एक ऐसे उनके तेवर थे कि जैसे वो एक बेखौफ, एक निडर, एक जियाला सिपाही एक होता है जो अपने आइडियल्स, अपनी जो उसके ख्यालात हैं उसमें वो बेमहाबा है। किचलू सख्त सिपाही, किचलू सख्त सिपाही, सत्यापाल दा पाई, इनू लॉर्ड पंजाब बनाना में, यानी वो जो लॉर्ड है, लॉर्ड कहते थे ना गवर्नर को, लेफ्टिनेंट गवर्नर, उसको हटा के किचलू को हमने बनाना। फिर उसके अलावा शहंशाह किचलू भी हुआ। फिर और क्या था, जो आ गया इस लहर में वो सब फकीर है, गांधी हमारा बाबा, किचलू भी कीर है। सन 1921 ਵਿੱਚ ਡਾਕਟਰ ਕਿਚਲੂ ਨੂੰ ਹੋਰ ਲੀਡਰਾਂ ਦੇ ਨਾਲ ਫੇਰ ਗ੍ਰਿਫਤਾਰ ਕਰ ਲਿੱਤਾ ਗਿਆ। ਅੰਗਰੇਜ਼ੀ ਹਕੂਮਤ ਦੇ ਖਿਲਾਫ ਸਾਜ਼ਿਸ਼ ਤੇ ਹਿੰਦੁਸਤਾਨੀਆਂ ਨੂੰ ਭੜਕਾਉਣ ਦਾ ਮੁਕੱਦਮਾ ਚਲਾਇਆ ਗਿਆ। ਡਾਕਟਰ ਕਿਚਲੂ ਜਗਤ ਗੁਰੂ ਸ਼ੰਕਰਾਚਾਰਿਆ, ਅਲੀ ਬੰਧੂ ਤੇ ਮੌਲਾਨਾ ਹੁਸੈਨ ਅਹਿਮਦ ਮਦਾਨੀ ਨੂੰ ਕਰਾਚੀ ਜੇਲ੍ਹ ਵਿੱਚ ਰੱਖਿਆ ਗਿਆ। ਰਿਹਾਈ ਦੇ ਬਾਅਦ ਡਾਕਟਰ ਕਿਚਲੂ ਆਲ ਇੰਡੀਆ ਖਿਲਾਫਤ ਅੰਦੋਲਨ ਦੇ ਪ੍ਰੈਜ਼ੀਡੈਂਟ ਚੁਣ ਲਿੱਤੇ ਗਏ ਤੇ 1924 ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ। ਡਾਕਟਰ ਕਿਚਲੂ ਪੰਜਾਬ ਤੇ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ। 1929 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ 48ਵਾਂ ਸਾਲਾਨਾ ਜਲਸਾ ਲਾਹੌਰ ਵਿੱਚ ਹੋਇਆ। ਡਾਕਟਰ ਕਿਚਲੂ ਇਹਦੀ ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਚੁਣੇ ਗਏ।
ਗੁਲਾਮੀ ਦੀ ਜ਼ੰਜੀਰਾਂ ਵਿੱਚ ਜਕੜੇ ਸ਼ੋਸ਼ਿਤ ਗਰੀਬ ਆਵਾਮ ਦੇ ਦਰਦ ਨੂੰ ਸਮਝਣ ਵਾਲੇ ਗਰੀਬਾਂ ਦੇ ਮਸੀਹਾ ਤੇ ਕਮਜ਼ੋਰਾਂ ਦੇ ਰਹਿਨੁਮਾ ਡਾਕਟਰ ਕਿਚਲੂ ਜਿੰਨੇ ਸੱਚੇ ਮੁਸਲਮਾਨ ਸੀ, ਉਨੇ ਹੀ ਪੱਕੇ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਹਿੰਦੁਸਤਾਨੀ ਦੇਸ਼ ਭਗਤ ਸੀ। ਕ੍ਰਾਂਤੀਕਾਰੀ ਵਿਚਾਰਧਾਰਾ ਦੇ ਹੋਣ ਕਰਕੇ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਨੌਜਵਾਨ ਕ੍ਰਾਂਤੀਕਾਰੀਆਂ ਤੇ ਡਾਕਟਰ ਕਿਚਲੂ ਦੀ ਖਾਸ ਨਜ਼ਰ ਸੀ। ਭਗਤ ਸਿੰਘ ਦੇ ਨਜ਼ਦੀਕੀ ਸਾਥੀ ਖੜਕ ਸਿੰਘ ਨੂੰ ਰਾਜਨੀਤੀ ਵਿੱਚ ਲਿਆਉਣ ਵਾਲੇ ਡਾਕਟਰ ਕਿਚਲੂ ਹੀ ਸੀ। (1929) ਦੇ ਕਾਂਗਰਸ ਦੇ ਲਾਹੌਰ ਅਧਿਵੇਸ਼ਨ ਵਿੱਚ ਪੂਰਨ ਸਵਰਾਜ ਦਾ ਰੈਜ਼ੋਲੂਸ਼ਨ ਪਾਸ ਹੋਇਆ। ਇਹ ਰੈਜ਼ੋਲੂਸ਼ਨ ਪੰਡਿਤ ਨਹਿਰੂ ਨੇ ਰੱਖਿਆ ਤੇ ਡਾਕਟਰ ਸੈਫੂਦੀਨ ਕਿਚਲੂ ਨੇ ਸੈਕੰਡ ਕੀਤਾ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ, ਕਿਸਾਨ, ਕਾਸ਼ਤਕਾਰ, ਮਜ਼ਦੂਰ ਹੋਰ ਅਜਿਹੇ ਕੰਮ ਕਰਨ ਵਾਲੇ ਮੁਲਕ ਦੇ ਮਾਲਕ ਹੁੰਦੇ ਨੇ। ਹਿੰਦੁਸਤਾਨ ਦੀ ਆਜ਼ਾਦੀ ਕਿਸੇ ਵਿਦੇਸ਼ੀ ਮਦਦ ਨਾਲ ਨਹੀਂ ਮਿਲ ਸਕਦੀ। ਸਵਰਾਜ ਪਾਉਣ ਦਾ ਇੱਕੋ ਹੀ ਰਸਤਾ ਹੈ, ਉਹ ਹੈ ਤਿਆਗ ਦਾ ਜਜ਼ਬਾ ਤੇ ਸਹਿਨਸ਼ੀਲਤਾ। ਜਿਉਂ-ਜਿਉਂ ਆਜ਼ਾਦੀ ਦੀ ਸੰਭਾਵਨਾ ਵੱਧ ਰਹੀ ਸੀ, ਤਿਉਂ-ਤਿਉਂ ਫਿਰਕਾ ਪਰਸਤੀ ਤਾਕਤਾਂ ਮੁਲਕ ਨੂੰ ਮਜ਼ਹਬੀ ਧਾਰਨਾ ਕਰਕੇ ਵੰਡਣ ਨੂੰ ਤਿਆਰ ਹੋ ਰਹੀਆਂ ਸੀ। ਮੁਹੰਮਦ ਅਲੀ ਜਿੰਨਾ, ਲਿਆਕਤ ਅਲੀ ਖਾਂ ਅਜਿਹੇ ਫਿਰਕਾ ਪਰਸਤ ਲੀਡਰ ਇਸਲਾਮੀ ਰਾਜ ਕਾਇਮ ਕਰਨ ਵਾਸਤੇ ਖੂਨ ਖਰਾਬੇ ਲਈ ਤਿਆਰ ਸੀ। ਡਾਕਟਰ ਸੈਫੂਦੀਨ ਕਿਚਲੂ ਜਿਹੇ ਸੱਚੇ ਦੇਸ਼ ਭਗਤ ਹਿੰਦੁਸਤਾਨੀ ਨੂੰ ਮੁਲਕ ਦਾ ਬਟਵਾਰਾ ਮਨਜ਼ੂਰ ਨਹੀਂ ਸੀ ਤੇ ਇਸੇ ਕਰਕੇ ਖੂਨੀ ਤੇ ਦਰਦਨਾਕ ਬਟਵਾਰੇ ਦੇ ਬਾਅਦ ਉਹਨਾਂ ਨੇ ਹੋਰ ਦੇਸ਼ ਭਗਤ ਮੁਸਲਮਾਨਾਂ ਦੀ ਤਰ੍ਹਾਂ ਹਿੰਦੁਸਤਾਨ 'ਚ ਰਹਿ ਕੇ ਉਹਦੀ ਖਿਦਮਤ ਕਰਨਾ ਬਿਹਤਰ ਸਮਝਿਆ। ਡਾਕਟਰ ਕਿਚਲੂ ਜਿਹੇ ਦੇਸ਼ ਭਗਤਾਂ ਦੀ ਕੁਰਬਾਨੀ ਰੰਗ ਲਿਆਈ ਤੇ 15 ਅਗਸਤ 1947 ਨੂੰ ਆਜ਼ਾਦੀ ਦਾ ਹਸੀਨ ਸੂਰਜ ਚੜ੍ਹਿਆ। ਇੱਕ ਧਰਮ ਨਿਰਪੇਖ ਸੁਤੰਤਰ ਭਾਰਤ ਨੇ ਦੇਸ਼ਾਂ ਦੀ ਬਿਰਾਦਰੀ ਵਿੱਚ ਬਰਾਬਰੀ ਦਾ ਆਸਨ ਗ੍ਰਹਿਣ ਕੀਤਾ। ਡਾਕਟਰ ਕਿਚਲੂ ਨੂੰ ਸੱਤਾ ਦੀ ਰਾਜਨੀਤੀ ਰਾਸ ਨਾ ਆਈ। ਕੁਰਸੀ ਦਾ ਲਾਲਚ, ਬਾਗੀ ਪ੍ਰਵਿਰਤੀ ਵਾਲੇ ਦੇਸ਼ ਭਗਤ ਦੇ ਸੁਭਾਅ ਦੇ ਖਿਲਾਫ ਸੀ। ਉਹ ਤੇ ਮੁਲਕ ਦੀ ਬੇਲੌਸ ਖਿਦਮਤ ਕਰਨ ਵਾਲਾ ਐਸਾ ਸਿਪਾਹੀ ਸੀ ਜਿਸ ਨੇ ਕੁੱਲ ਮਿਲਾ ਕੇ 14 ਸਾਲ ਜੇਲ੍ਹ ਦੇ ਵਿੱਚ ਕੱਟੇ। ਉਹ ਹਿੰਦੂ ਮੁਸਲਿਮ ਏਕਤਾ ਦੇ ਬੜੇ ਹਿਮਾਇਤੀ ਸੀ। ਹੋਰ ਦੋਵਾਂ ਫਿਰਕਿਆਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦੇ ਵਿਰੋਧੀ। ਉਹਨਾਂ ਦਾ ਮਤ ਸੀ ਕਿ ਜੇ ਕੋਈ ਫਿਰਕਾ ਕੋਈ ਚੀਜ਼ ਆਪਣੇ ਲਈ ਬਿਹਤਰ ਸਮਝ ਕੇ ਅਖਤਿਆਰ ਕਰਦਾ ਹੈ ਤੇ ਦੂਜਿਆਂ ਤੇ ਉਹਦਾ ਕੋਈ ਅਸਰ ਨਹੀਂ ਪੈਂਦਾ ਤੇ ਕਿਸੇ ਹੋਰ ਨੂੰ ਉਹਦੇ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ। ਇਸੇ ਵਜ੍ਹਾ ਨਾਲ ਉਹਨਾਂ ਨੇ ਪੰਡਿਤ ਮਦਨ ਮੋਹਨ ਮਾਲਵੀਏ ਦੇ ਹਿੰਦੂਆਂ ਨੂੰ ਇਕਜੁੱਟ ਕਰਨ ਵਾਲੇ ਸੰਗਠਨ ਅੰਦੋਲਨ ਤੇ ਮੁਸਲਮਾਨਾਂ ਦੀ ਏਕਤਾ ਵਾਸਤੇ ਕੰਮ ਕਰਨ ਵਾਲੇ ਤਹਿਰੀਕੇ ਤੰਜ਼ੀਮ ਦੋਨਾਂ ਨੂੰ ਠੀਕ ਕਰਾਰ ਦਿੱਤਾ। ਉਹਨਾਂ ਨੇ ਮੁਸਲਮਾਨਾਂ ਦੀ ਏਕਤਾ ਵਾਸਤੇ ਅੰਮ੍ਰਿਤਸਰ ਤੋਂ ਤੰਜ਼ੀਮ ਰੋਜ਼ਾਨਾ ਅਖਬਾਰ ਵੀ ਕੱਢਿਆ। ਹਾਲਾਂਕਿ ਉਹ ਤਹਿਰੀਕੇ ਤੰਜ਼ੀਮ ਨਾਲ ਵਾਬਸਤਾ ਰਹੇ, ਪਰ ਉਹਨਾਂ ਦੀ ਧਰਮ ਨਿਰਪੇਖਤਾ ਵਿੱਚ ਰੱਤੀ ਭਰ ਫਰਕ ਨਹੀਂ ਆਇਆ। ਉਹ ਇਹ ਵੀ ਨਹੀਂ ਸਹਿਣ ਨੂੰ ਤਿਆਰ ਸੀ ਕਿ ਕੋਈ ਫਿਰਕਾ ਦੂਜੇ ਦੇ ਉੱਤੇ ਭਾਰੀ ਪਵੇ। आज भी जो कॉमन मैन है वो फ़िरका परस्त नहीं है, बिल्कुल फ़िरका परस्त नहीं है। फ़िरका परस्त जमायतें उभरी हुई हैं, लेकिन इसके बावजूद वो हिंदुस्तान आबादी की अक्सरियत जो है हिंदू और मुसलमान के सवाल पर लड़ना, एक दूसरे का खून करना नहीं जानती। अब इनमें से देखिए डॉक्टर किचलू। डॉक्टर किचलू को तो हमने देखा है जब हम बच्चे थे, उस ज़माने में देखा है जब उन्होंने जो मार्शल लॉ लगा है अमृतसर में, उसमें जो कुछ उन्होंने पार्ट अदा किया और पंजाब कांग्रेस के प्रेसिडेंट की हैसियत से जो कार्य किया, उनको इग्नोर किया गया बाद में पार्टीशन के बाद, लेकिन वो अपनी जगह पर कायम रहे। ਆਜ਼ਾਦੀ ਦੇ ਬਾਅਦ ਡਾਕਟਰ ਕਿਚਲੂ ਹੋਰ ਲੀਡਰਾਂ ਤੋਂ ਥੋੜਾ ਦੂਰ ਹੋ ਕੇ ਵਿਸ਼ਵ ਸ਼ਾਂਤੀ ਦੇ ਵੱਡੇ ਕੰਮ ਵੱਲ ਆਕਰਸ਼ਿਤ ਹੋ ਗਏ ਤੇ ਇਸੇ ਲਕਸ਼ ਨੂੰ ਪਾਉਣ ਲਈ ਵਾਮਪੰਥੀ ਵਿਚਾਰਧਾਰਾ ਨਾਲ ਜੁੜ ਗਏ। ਕਾਂਗਰਸ ਵਾਲੇ ਵੀ ਡਾਕਟਰ ਕਿਚਲੂ ਕੋਲੋਂ ਘਬਰਾਉਣ ਲੱਗ ਪਏ।
ਹੋਰ ਆਮ ਆਦਮੀ ਦਾ ਹਿਮਾਇਤੀ, ਗਰੀਬਾਂ, ਮਜ਼ਦੂਰਾਂ, ਮਜਬੂਰਾਂ ਦਾ ਇਹ ਰਹਿਨੁਮਾ ਸਿਲੇ ਦੀ ਪਰਵਾਹ ਕੀਤੇ ਬਿਨਾਂ ਸਿਰ ਸੁੱਟ ਕੇ ਆਪਣੇ ਮਿਸ਼ਨ ਵਿੱਚ ਲੱਗਾ ਰਿਹਾ। ਉਹਨਾਂ ਦੀ ਸਾਮਰਾਜਯਵਾਦ ਦੇ ਖਿਲਾਫ ਜ਼ੱਦੋ-ਜ਼ਹਿਦ ਵੱਧਦੀ ਰਹੀ ਤੇ ਸ਼ਾਂਤੀ ਦੇ ਇਸ ਮਸੀਹਾ ਨੂੰ 1952 ਵਿੱਚ ਰੂਸ ਵਿੱਚ ਸਟਾਲਿਨ ਪੀਸ ਪ੍ਰਾਈਜ਼ ਨਾਲ ਨਵਾਜ਼ਿਆ ਗਿਆ। ਇਸ ਅਵਾਰਡ ਦੇ ਵਾਸਤੇ ਅਵਾਰਡ ਕਮੇਟੀ ਨੂੰ ਧੰਨਵਾਦ ਦਿੰਦੇ ਹੋਏ ਡਾਕਟਰ ਕਿਚਲੂ ਨੇ ਆਖਿਆ, ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਹ ਅਵਾਰਡ ਮੈਨੂੰ ਦੁਨੀਆ ਦੇ ਕੁਝ 94 ਸ਼ਾਂਤੀ ਦੇ ਪੁਜਾਰੀਆਂ ਦੀ ਸ਼੍ਰੇਣੀ 'ਚ ਖੜਾ ਕਰ ਦਿੰਦਾ ਹੈ ਤੇ ਇਹ ਸ਼ਾਂਤੀ ਵਾਸਤੇ ਦੁਨੀਆ ਦਾ ਸਭ ਤੋਂ ਉੱਚਾ ਅਵਾਰਡ ਹੈ। ਸ਼ਾਂਤੀ ਤਾਈਂ ਲੜਨ ਵਾਲੇ ਕਿਸੇ ਵੀ ਮਨੁੱਖ ਵਾਸਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਮਾਣ ਹੈ ਤੇ ਕੋਈ ਮਨੁੱਖ ਇਸ ਤੋਂ ਵੱਡਾ ਕੀ ਸੁਪਨਾ ਲੈ ਸਕਦਾ ਹੈ। ਪਰ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਇਹ ਅਵਾਰਡ ਹਿੰਦੁਸਤਾਨੀ ਸ਼ਾਂਤੀ ਅੰਦੋਲਨ ਨੂੰ ਦਿੱਤਾ ਜਾ ਰਿਹਾ ਹੈ, ਜਿਹਦਾ ਅਧਿਅਕਸ਼ ਹੋਣ ਦਾ ਮੈਨੂੰ ਫਖਰ ਹਾਸਿਲ ਹੈ। ਮੈਂ ਆਪਣੇ ਦੇਸ਼ ਵਾਸੀਆਂ ਦੇ ਨੁਮਾਇੰਦੇ ਦੇ ਰੂਪ 'ਚ ਇਸ ਅਵਾਰਡ ਨੂੰ ਆਪਣੇ ਸਰ ਮੱਥੇ ਤੇ ਰੱਖਦਾ। ਅਗਲੇ 11 ਸਾਲ ਡਾਕਟਰ ਕਿਚਲੂ ਵਿਅਕਤੀਗਤ ਸਵਾਰਥ, ਆਰਥਿਕ ਫਾਇਦੇ ਤੇ ਸੁਵਿਧਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਗਰੀਬ ਆਵਾਮ ਦੀ ਖਿਦਮਤ ਲਈ ਵਿਸ਼ਵ ਸ਼ਾਂਤੀ ਦੇ ਅਹਿਮ ਕੰਮ ਵਿੱਚ ਅਖੀਰੀ ਸਾਂਸ ਤੱਕ ਜੀ ਜਾਨ ਨਾਲ ਲੱਗੇ ਰਹੇ। मैं 1954 में गया था, मॉस्को गया था, तो मैं एक होटल से निकल रहा था, मिल गए मुझे, कहने लगा बेटा तुम किधर? मैंने कहा आप जहाँ पर हैं। कहने लगे तुम बड़ा अच्छा काम कर रहे हो। और मैं कहता मैं भी अच्छा काम कर रहा हूँ, मैं इधर उधर से हटने वाला नहीं हूँ। मैंने उनकी बीवी को देखा, यहाँ बुरी हालत में देखा, एक टूटा हुआ थैला लेकर वो साहब दरिया वो गुजरती थी दुकान पर कोई सब्ज़ी लेने के लिए। उनके बेटे को भी देखा और मैंने वो एक इंटरव्यू में टीवी में बताया भी था सारी चीज़। अब डॉक्टर किचलू को कोई नहीं भूल सकता, कोई उनको फरामोश नहीं कर सकता। 1963 ਵਿੱਚ ਵਤਨ ਦਾ ਬਾਂਕਾ ਸਿਪਾਹੀ, ਸ਼ਾਂਤੀ ਦਾ ਪੁਜਾਰੀ, ਗਰੀਬਾਂ ਦਾ ਮਸੀਹਾ, ਨਿਸ਼ਚਲ ਨਿਸਵਾਰਥ ਦੇਸ਼ ਭਗਤ ਆਪਣੇ ਵਤਨ ਦੀ ਮਿੱਟੀ ਨਾਲ ਇੱਕ ਰੂਪ ਹੋ ਗਿਆ। ਡਾਕਟਰ ਸੈਫੂਦੀਨ ਕਿਚਲੂ ਜਿਹੇ ਵਤਨ ਪਰਸਤ ਕਿਸੇ ਵੀ ਕੌਮ ਦੀ ਸ਼ਾਨ ਹੁੰਦੇ ਨੇ। ਵਿਅਕਤੀਗਤ ਆਰਥਿਕ ਤਕਲੀਫ ਦੀ ਪਰਵਾਹ ਕੀਤੇ ਬਗੈਰ ਕੌਮ ਦੀ ਖਿਦਮਤ ਕਰਨ ਵਾਲੇ ਆਜ਼ਾਦੀ ਦੇ ਪਰਵਾਨੇ, ਧਰਮ ਨਿਰਪੇਖਤਾ ਤੇ ਅਮਨ ਦੇ ਇਸ ਪੁਜਾਰੀ ਦਾ ਯੋਗਦਾਨ ਆਉਣ ਵਾਲੀਆਂ ਨਸਲਾਂ ਫਕਰ ਨਾਲ ਯਾਦ ਕਰਨਗੀਆਂ। ਗਰੀਬਾਂ ਤੇ ਮਜਬੂਰਾਂ ਦਾ ਇਹ ਹਿਮਾਇਤੀ ਦਿੱਲੀ ਵਿੱਚ ਜਮੁਨਾ ਦੇ ਕਿਨਾਰੇ ਜਾਮੀਆ ਮਿਲੀਆ ਇਸਲਾਮੀਆ ਦੇ ਕਬਰਿਸਤਾਨ ਵਿੱਚ ਗੂੜੀ ਨੀਂਦ ਸੋ ਰਿਹਾ ਹੈ। ਇਹਨੂੰ ਕੁਦਰਤੀ ਨਿਆਂ ਹੀ ਕਿਹਾ ਜਾ ਸਕਦਾ ਹੈ ਕਿ ਜਾਮੀਆ ਮਿਲੀਆ ਦੇ ਇਸ ਕਬਰਿਸਤਾਨ ਦਾ ਇਸਤੇਮਾਲ ਗਰੀਬ ਤਬਕਾ ਹੀ ਕਰਦਾ ਹੈ। ਇਸ ਤਰ੍ਹਾਂ ਡਾਕਟਰ ਕਿਚਲੂ ਅੱਜ ਵੀ ਉਹਨਾਂ ਦੇ ਨਾਲ ਹਨ ਜਿਨ੍ਹਾਂ ਦੇ ਵਾਸਤੇ ਉਹਨਾਂ ਨੇ ਹਰ ਕਿਸਮ ਦੀ ਕੁਰਬਾਨੀ ਦਿੱਤੀ। ਅਮਰ ਕਵੀ ਸ਼ਿਵ ਬਟਾਲਵੀ ਨੇ ਡਾਕਟਰ ਕਿਚਲੂ ਜਿਹੀਆਂ ਸ਼ਖਸੀਅਤਾਂ ਵਾਸਤੇ ਕਿਹਾ ਸੀ, ਸ਼ਿਖਰ ਦੁਪਹਿਰੀ ਮੇਰਾ ਢਲ ਚੱਲਿਆ ਪਰਛਾਵਾਂ, ਕਬਰਾਂ ਉਡੀਕਦੀਆਂ ਜੋ ਪੁੱਤਰਾਂ ਨੂੰ ਮਾਵਾਂ। जामिया में जलियाना वाला बाग का एक बाकायदा वो याद मनाया जाता था कौमी हफ्ता के नाम से, और उसमें वो कौमी हफ्ता 7 दिन तक होता रहता था और फिर ये सारी चीज़ें होती थी। तो अक्सर उसमें भी आए थे, एक आध दफ़ा मुझे याद है किचलू साहब उसमें आए थे, उन्होंने तकरीर की थी। और फिर उसके बाद उनका इंतकाल हुआ
तो वो यहीं जामिया का जो है उसी में वो आए। मुझे याद है कि जब वो आए थे तो हम लोग इस तरह रो रहे थे उनके इंतकाल पे कि हम, ऐसा लग रहा था कि हमारे ख़ानदान का कोई बुज़ुर्ग उठ गया। इतने उस ज़माने में हम लोग इन लोगों से करीब महसूस करते थे और हर वक्त जैसे हमारी ज़िंदगी में ये शामिल थे। ਸ਼ੁਕਰਗੁਜ਼ਾਰ ਦੇਸ਼ ਨੇ 1989 ਵਿੱਚ ਡਾਕਟਰ ਕਿਚਲੂ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕੀਤਾ। ਭਾਰਤ ਦੇ ਵਿਦਿਆਰਥੀ ਇਤਿਹਾਸ ਦੀ ਕਿਤਾਬ ਮਾਡਰਨ ਇੰਡੀਅਨ ਹਿਸਟਰੀ ਵਿੱਚ ਇਸ ਦੇਸ਼ ਭਗਤ ਦੀ ਕੁਰਬਾਨੀ ਦਾ ਸਬਕ ਪੜ੍ਹਦੇ ਨੇ। ਅੰਮ੍ਰਿਤਸਰ ਵਿੱਚ ਜਲਿਆਂਵਾਲਾ ਬਾਗ ਟਰੱਸਟ ਅੰਮ੍ਰਿਤਸਰ ਦੇ ਇਸ ਹੀਰੋ ਦੀ ਯਾਦ ਵਿੱਚ ਅੱਜ ਵੀ ਹਰ ਸਾਲ ਵਿਸਾਖੀ ਤੇ ਬਹੁਤ ਵੱਡਾ ਜਲਸਾ ਕਰਦਾ ਹੈ। ਇਸ ਜਲਸੇ ਵਿੱਚ ਅੰਮ੍ਰਿਤਸਰ ਦੇ ਨਾਗਰਿਕ ਆਪਣੇ ਚਹੇਤੇ ਲੀਡਰ ਦੀ ਤਸਵੀਰ ਰੱਖ ਕੇ ਉਹਨਾਂ ਨੂੰ ਸ਼ਰਧਾ ਸੁਮਨ ਚੜ੍ਹਾਉਂਦੇ ਨੇ। ਡਾਕਟਰ ਸੈਫੂਦੀਨ ਕਿਚਲੂ ਜਿਹੇ ਦੇਸ਼ ਭਗਤਾਂ ਦਾ ਯੋਗਦਾਨ ਭੁੱਲਿਆ ਨਹੀਂ ਜਾ ਸਕਦਾ। किचलू साहब का तो जलियांवाला बाग से पूरा ही तल्लक रहा। नई पीढ़ी के लोग आते हैं, इसके लिए हम लोगों ने काफ़ी आगे से डेवलपमेंट किया भी है। एक शहीदी चित्रशाला बनाई है और अभी हमने एक एग्जीबिशन भी लगाई है जो ये 3-4 दिन चलेगी। काफ़ी रश होता है यहाँ पे, तो लोग आते हैं, तो उसमें हमने काफ़ी डॉक्यूमेंट्री एविडेंस भी लगाया है। उसमें उधम सिंह की अस्थियाँ भी हमने जो लाई गई थी वो भी रखी गई हुई हैं। फिर जो लोग शहीद हुए उनकी तस्वीरें हमने काफ़ी इकट्ठी की हैं। जो लोग इंजर्ड हुए थे उनकी भी तस्वीरें हैं। फिर वो रॉलेट एक्ट क्या था, वो सारे ऐसे डॉक्यूमेंट्री एविडेंस हमने लगाया है। उनका जो काम वो अहले सियासत जाने, मेरा पैगाम मोहब्बत है जहां तक पहुंचे। ਸਦੀਆਂ ਤੋਂ ਅਲੱਗ-ਅਲੱਗ ਮਜ਼ਹਬਾਂ, ਕੌਮਾਂ ਦੇ ਮੁਲਕਾਂ ਦੇ ਲੋਕ ਕਦੇ ਹਮਲਾਵਰ, ਕਦੇ ਵਪਾਰੀ, ਕਦੇ ਯਾਤਰੀ, ਕਦੇ ਸ਼ਰਨਾਰਥੀ ਬਣ ਕੇ ਹਿੰਦੁਸਤਾਨ ਆਉਂਦੇ ਰਹੇ, ਜਿਹੜਾ ਮੁਲਕ ਹਿੰਦੂਆਂ ਦਾ ਸੀ। ਹਿੰਦੂਆਂ ਨੇ ਪਰ ਉਨ ਵਿਦੇਸ਼ੀਆਂ ਤੇ ਧਰਮ ਪਰਿਵਰਤਨ ਵਾਸਤੇ ਕਦੇ ਦਬਾਅ ਨਹੀਂ ਪਾਇਆ। ਉਹ ਸਾਰੇ ਮਜ਼ਹਬ, ਕੌਮਾਂ ਤੇ ਜ਼ੁਬਾਨਾਂ ਹਿੰਦੁਸਤਾਨ ਵਿੱਚ ਸਮਾ ਗਏ ਤੇ ਇੱਕ ਨਵੀਂ ਸੰਸਕ੍ਰਿਤੀ ਤੇ ਸਮਾਜ ਨੇ ਜਨਮ ਲਿਆ। ਇਸ ਸੰਸਕ੍ਰਿਤੀ ਨੇ ਅਣਗਿਣਤ ਰਹਿਨੁਮਾ ਪੈਦਾ ਕੀਤੇ ਜਿਹੜੇ ਸਾਰੇ ਹਿੰਦੁਸਤਾਨੀਆਂ ਵਾਸਤੇ ਮਾਣ ਦਾ ਵਿਸ਼ਾ ਹਨ। ਕੋਈ ਵੀ ਇਨਸਾਨ ਆਪਣੇ ਆਪ ਵਿੱਚ ਟਾਪੂ ਨਹੀਂ ਹੁੰਦਾ। ਉਹ ਮਾਨਵਤਾ ਰੂਪੀ ਬੜੇ ਮਹਾਦੀਪ ਦਾ ਇੱਕ ਹਿੱਸਾ ਹੁੰਦਾ ਹੈ। ਹਰ ਮਨੁੱਖ ਦੀ ਮੌਤ ਤੇ ਮੇਰੇ ਅੰਦਰ ਦਾ ਕੁਝ ਹਿੱਸਾ ਮਰਦਾ ਹੈ।
ਕਿਉਂਕਿ ਮੈਂ ਕੁੱਲ ਮਾਨਵਤਾ ਦਾ ਹੀ ਅੰਸ਼ ਹਾਂ। ਇਸੇ ਵਜ੍ਹਾ ਨਾਲ ਕਿਸੇ ਇੱਕ ਮੌਤ ਤੇ ਉਤਸੁਕ ਨਾ ਹੋ ਕੇ ਮੈਂ ਉਸ ਨੂੰ ਆਪਣੀ ਮੌਤ ਦਾ ਪੈਗਾਮ ਸਮਝਦਾ ਹਾਂ। ਰਹੱਸਵਾਦੀ ਕਵੀ ਜੌਹਨ ਡੌਨ ਦੇ ਇਹ ਅਲਫਾਜ਼ ਛੋਟੇ ਕੱਦ ਦੇ ਇੱਕ ਵੱਡੇ ਆਦਮੀ ख्वाजा अहमद अब्बास ਨੇ ਆਪਣੀ ਆਤਮ ਕਥਾ ਆਈ ਐਮ ਨਾਟ ਆਈਲੈਂਡ ਦੇ ਪਹਿਲੇ ਸਫ਼ੇ ਤੇ ਛਾਪੇ। ਇਹ ਉਹਨਾਂ ਦੀ ਪ੍ਰੇਰਣਾ ਤੇ ਜ਼ਿੰਦਗੀ ਦੇ ਸਰੋਤ ਦਾ ਫਲਸਫਾ ਸੀ। ਹਿੰਦੁਸਤਾਨ ਦੇ ਸਭ ਸ਼ਹਿਰਾਂ ਦੀ ਇੱਕ ਗੱਲ ਸਾਂਝੀ ਹੈ ਤੇ ਕਿਸੇ ਉਚਾਈ ਤੋਂ ਵੇਖੋ ਤੇ ਸਭ ਸ਼ਹਿਰਾਂ ਦੇ ਵਿੱਚ ਮੰਦਿਰ, ਮਸਜਿਦ, ਗੁਰਦੁਆਰਾ ਤੇ ਗਿਰਜਾਘਰ ਜ਼ਰੂਰ ਨਜ਼ਰ ਆਉਣਗੇ। ਤੇ ਪਾਣੀਪਤ ਵੀ ਇੱਕ ਇਹੋ ਜਿਹਾ ਸ਼ਹਿਰ ਹੈ। ਇਸ ਸ਼ਹਿਰ ਦੀ ਇੱਕ ਵੱਡੀ ਖਾਸੀਅਤ ਹੈ ਕਿ ਪਾਣੀਪਤ ਵਿੱਚ ਸਭ ਨੂੰ ਜੋੜਨ ਤੇ ਸਭ ਨੂੰ ਇੱਕੋ ਰੱਬ ਦੀ ਸੰਤਾਨ ਮੰਨਣ ਵਾਲੇ ਸੂਫੀ ਸੰਤ ਬੂ ਅਲੀ ਕਲੰਦਰ ਦੀ ਮੁਕੱਦਸ ਦਰਗਾਹ ਹੈ। ख्वाजा अहमद अब्बास ਦਾ ਜਨਮ 7 ਜੂਨ 1914 ਵਿੱਚ ਪਾਣੀਪਤ ਵਿੱਚ ਹੋਇਆ। ਪਾਣੀਪਤ ਉਹਨਾਂ ਦੇ ਪੁਰਖਿਆਂ ਦਾ ਸ਼ਹਿਰ ਤੇ ਸੀ, ਪਰ ਦੋ ਹੋਰ ਵੱਡੇ ਕਾਰਨ ਕਰਕੇ ਪਾਣੀਪਤ ਦਾ ਉਹਨਾਂ ਦੀ ਜ਼ਿੰਦਗੀ ਵਿੱਚ ਖਾਸ ਮਹੱਤਵ ਸੀ। ਪਹਿਲਾ ਕਾਰਨ ਹੈ ਹਜ਼ਰਤ ਬੂ ਅਲੀ ਕਲੰਦਰ ਦੀ ਦਰਗਾਹ, ਜੋ ਮਨੁੱਖਤਾ ਦਾ ਸੰਦੇਸ਼ ਦਿੰਦੀ ਹੈ। ਤੇ ਦੂਸਰਾ ਕਾਰਨ ਹੈ ਕਿ 5 ਸਾਲ ਦੀ ਉਮਰ 'ਚ ख्वाजा अहमद अब्बास ਨੂੰ ਪਾਣੀਪਤ ਵਿੱਚ ਹੀ ਮਹਾਤਮਾ ਗਾਂਧੀ ਦੇ ਦਰਸ਼ਨ ਹੋਏ। ख्वाजा अहमद अब्बास ਦੇ ਪੁਰਖੇ ख्वाजा मलिक अली ਉੱਤਰੀ ਅਫਗਾਨਿਸਤਾਨ ਦੇ ਹੈਰਾਤ ਕਸਬੇ ਤੋਂ ਆ ਕੇ ਹਿੰਦੁਸਤਾਨ ਵਿੱਚ ਵਸ ਗਏ। ਸੁਲਤਾਨ ਗੈਸੂਦੀਨ ਬਲਵੰਤ ਦਾ ਜ਼ਮਾਨਾ ਸੀ। ਸੁਲਤਾਨ ਨੇ ਫਾਰਸੀ ਤੇ ਅਰਬੀ ਦੇ ਇਸ ਆਲਿਮ ਫਾਜ਼ਿਲ ਨੂੰ ਆਦਰ ਸਤਕਾਰ ਕਰਦੇ ਹੋਏ ਪਾਣੀਪਤ ਦਾ ਕਾਜ਼ੀ ਮੁਕਰਰ ਕਰਕੇ ਜਾਗੀਰ ਅਤਾ ਕੀਤੀ। ਅब्बास ਸਾਹਿਬ ਦੇ ਵਾਲਿਦ ਦੇ ਪੜਨਾਨਾ ਮੀਰ ਅਸ਼ਰਫ ਹੁਸੈਨ ਅੰਗਰੇਜ਼ਾਂ ਦੇ ਖਿਲਾਫ ਲੜਨ ਲਈ ਹੋਲਕਰ ਦੀ ਫੌਜ ਵਿੱਚ ਭਰਤੀ ਹੋ ਗਏ। ਹੋਲਕਰ ਅੰਗਰੇਜ਼ਾਂ ਤੋਂ ਲੜਾਈ ਵਿੱਚ ਹਾਰ ਗਏ ਤੇ ਉਹਨਾਂ ਦੀ ਜਾਗੀਰ ਅੰਗਰੇਜ਼ਾਂ ਨੇ ਹੜਪ ਲਿੱਤੀ। अब्बास ਸਾਹਿਬ ਦੇ ਵਾਲਿਦ ਪੇਸ਼ੇ ਤੋਂ ਕਿਸਾਨ ਸੀ। ਉਹ ਇੱਕ ਹਸਤ ਲਿਖਿਤ ਰਿਸਾਲਾ ਕੱਢਦੇ ਸਨ। ਹੋਰ ਹਿੰਦੁਸਤਾਨੀਆਂ ਦੀ ਤਰ੍ਹਾਂ ਉਹ ਵੀ ਅੰਗਰੇਜ਼ਾਂ ਨੂੰ ਨਫ਼ਰਤ ਕਰਦੇ ਸੀ। ਉਹਨਾਂ ਨੇ ਆਪਣੇ ਰਿਸਾਲੇ ਵਿੱਚ ਲਿਖਿਆ, ਰੱਬ ਦਾ ਸ਼ੁਕਰ ਹੈ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਅੰਗਰੇਜ਼ਾਂ ਦਾ ਨਮਕ ਨਹੀਂ ਖਾਣਾ ਪਿਆ। ख्वाजा अहमद अब्बास ਦੇ ਪੁਰਖਿਆਂ ਵਿੱਚੋਂ ਇੱਕ ਬਜ਼ੁਰਗ ਸੀ ख्वाजा ਅਲਤਾਫ ਹੁਸੈਨ ਹਾਲੀ। 1857 ਦੀ ਜੰਗੇ ਆਜ਼ਾਦੀ ਤੇ ਅੰਗਰੇਜ਼ਾਂ ਦੇ ਜ਼ੁਲਮਾਂ ਦੇ ਹਾਲੀ ਸਾਹਿਬ ਚਸ਼ਮਦੀਦ ਗਵਾਹ ਸੀ। ਉਹ ਆਪਣੇ ਵੇਲੇ ਦੇ ਮੁਮਤਾਜ਼ ਬੁੱਧੀਜੀਵੀ, ਸੁਧਾਰਕ, ਸ਼ਿਕਸ਼ਕ ਤੇ ਸ਼ਾਇਰ ਸੀ। ਹਾਲੀ ਸਾਹਿਬ ਚਾਹੁੰਦੇ ਸੀ ਕਿ ਮੁਸਲਮਾਨ ਆਪਣਾ ਵਿਕਾਸ ਸਿੱਖਿਆ ਅਤੇ ਬੌਧਿਕਤਾ ਦੀ ਮਾਰਫਤ ਕਰਦੇ ਹੋਏ ਕੌਮੀ ਵਿਚਾਰਧਾਰਾ ਨਾਲ ਜੁੜਦੇ ਹੋਏ ਹਿੰਦੁਸਤਾਨ ਦੀ ਪ੍ਰਜਾਤਾਂਤਰਿਕ ਤੇ ਰਾਜਨੀਤਿਕ ਜ਼ਿੰਮੇਵਾਰੀ ਸੰਭਾਲਣ। ਉਹਨਾਂ ਨੇ ਆਪਣੇ ਵਿਚਾਰ ਆਪਣੀ ਇੱਕ ਮਸ਼ਹੂਰ ਨਜ਼ਮ ਹੁੱਬੇ ਵਤਨ ਯਾਨੀ ਦੇਸ਼ ਪ੍ਰੇਮ ਵਿੱਚ ਪ੍ਰਗਟ ਕੀਤੇ। अब्बास ਸਾਹਿਬ ਦੀ ਪੜ੍ਹਾਈ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਸ਼ੁਰੂ ਹੋਈ। ਉਹਨਾਂ ਨੇ 1 ਸਾਲ ਆਪਣੇ ਘਰ ਹੀ ਇੱਕ ਹਾਫਿਜ਼ ਕੋਲੋਂ ਕੁਰਾਨ ਸ਼ਰੀਫ ਪੜ੍ਹਨ ਦੀ ਸਿੱਖਿਆ ਲਈ। ਛੋਟੀ ਉਮਰ ਵਿੱਚ ਹੀ ਅਰਬੀ ਸਮਝਣ ਕਰਕੇ ਉਹਨਾਂ ਨੂੰ ਸਕੂਲ ਵਿੱਚ ਸਿੱਧਾ ਦੂਜੇ ਦਰਜੇ ਵਿੱਚ ਦਾਖਲਾ ਮਿਲ ਗਿਆ। ਉਹਨਾਂ ਦੀ ਸ਼ੁਰੂ ਦੀ ਪੜ੍ਹਾਈ ਹਾਲੀ ਮੁਸਲਿਮ ਹਾਈ ਸਕੂਲ, ਜਿਹੜਾ ਉਹਨਾਂ ਦੇ ਪੜਨਾਨਾ ਦੀ ਯਾਦ ਵਿੱਚ ਖੋਲ੍ਹਿਆ ਗਿਆ ਸੀ, ਵਿੱਚ ਹੋਈ। 15 ਸਾਲ ਦੀ ਉਮਰ ਵਿੱਚ ਉਹਨਾਂ ਨੇ 10ਵੀਂ ਪਾਸ ਕਰ ਲਿੱਤੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਉਹਨਾਂ ਨੇ 19 ਸਾਲ ਦੀ ਉਮਰ ਵਿੱਚ BA ਤੇ 21 ਸਾਲ ਦੀ ਉਮਰ ਵਿੱਚ LLB ਪਾਸ ਕੀਤੀ। ਅਲੀਗੜ੍ਹ ਦਾ अब्बास ਸਾਹਿਬ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਇੱਥੇ ਹੀ ਉਹ ਪਹਿਲੀ ਵਾਰ ਪੰਡਿਤ ਨਹਿਰੂ ਨੂੰ ਮਿਲੇ ਤੇ ਨਹਿਰੂ ਕੋਲੋਂ ਬਹੁਤ ਹੀ ਪ੍ਰਭਾਵਿਤ ਹੋਏ।
ਅਲੀਗੜ੍ਹ ਰਹਿ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਰਸਤਾ ਤੈਅ ਕੀਤਾ। ਅब्बास ਸਾਹਿਬ ਹਿੰਦੂ ਮੁਸਲਿਮ ਏਕਤਾ ਦੇ ਪੁਰਜ਼ੋਰ ਹਿਮਾਇਤੀ ਸੀ। ਪੰਡਿਤ ਨਹਿਰੂ ਦੇ ਪ੍ਰਭਾਵ ਨਾਲ ਉਹਨਾਂ ਦਾ ਵਿਸ਼ਵਾਸ ਧਰਮ ਨਿਰਪੇਖਤਾ ਤੇ ਸੋਸ਼ਲਿਸਟ ਵਿਚਾਰਧਾਰਾ ਵਿੱਚ ਹੋਰ ਪੱਕਾ ਹੋ ਗਿਆ। यकीनन उनके उस दौर में जिस ज़माने में वो यहाँ तालिब इल्म थे तो सैफुद्दीन कित्तू साहब भी उनके साथ थे। इसके अलावा और बहुत सी मायानाज शख्सियतें उस ज़माने में थीं जो कि कल्चरल एक्टिविटीज़ में यूनिवर्सिटी की ख़ास तौर पर हिस्सा लिया करती थीं, और उन कल्चरल एक्टिविटीज़ का ये फ़ायदा हुआ कि उनकी पर्सनालिटी रोज़ बरोज़ निखरती गई और आगे आने वाली ज़िंदगी में वो बेहतरीन और कामयाब सहाफ़ी और अदीब की हैसियत से मशहूर हुए। ਅਲੀਗੜ੍ਹ ਵਿੱਚ ਲੜਕੀਆਂ ਦੀ ਪੜ੍ਹਾਈ ਵਾਸਤੇ ਇੰਟਰ ਕਾਲਜ ਤੋਂ ਅੱਗੇ ਕੋਈ ਇੰਤਜ਼ਾਮ ਨਹੀਂ ਸੀ। ਇਸ ਮਸਲੇ ਵਿੱਚ ਧਿਆਨ ਖਿੱਚਣ ਲਈ अब्बास ਸਾਹਿਬ ਨੇ ਇੱਕ ਨਵਾਂ ਤਰੀਕਾ ਅਪਣਾਉਂਦੇ ਹੋਏ ਆਪਣੇ ਨਾਂ ਦੀ ਬਜਾਏ ਜਹਾਂਆਰਾ ਦੇ ਨਾਂ ਤੇ ਹਿੰਦੁਸਤਾਨ ਟਾਈਮਜ਼, ਬੰਬੇ ਕ੍ਰੋਨਿਕਲ, ਪਾਇਨੀਅਰ ਦੇ ਸੰਪਾਦਕਾਂ ਨੂੰ ਖਤ ਲਿਖੇ। ਇਹ ਤਰੀਕਾ ਬਹੁਤ ਕਾਰਗਰ ਸਾਬਿਤ ਹੋਇਆ। ਇੰਟਰ ਕਾਲਜ ਡਿਗਰੀ ਕਾਲਜ ਬਣਾ ਦਿੱਤਾ ਗਿਆ। मजाज की एक नज़्म है ख़ातून के नाम, तो उसका एक शेर है। वो अब्बास साहब ने मेरी, जब मैं 7वीं क्लास में पढ़ती थी तो मेरी ऑटोग्राफ बुक पे लिखा था, तेरे माथे पे ये आंचल बहुत ही खूब है, लेकिन तो इस आंचल का अगर परचम बना लेती तो अच्छा था। बहुत ये शेर ने मेरी शख्सियत को बनाने में थोड़ा बहुत जो भी है वो किया। मुझे खुशी है कि ख्वाजा अब्बास साहब की बहुत सी किताबें, बहुत सी तसानीफ़ उर्दू और अंग्रेज़ी में यहाँ पर मौजूद हैं, और उनकी इन तसानीफ़ से आम स्टूडेंट, आम तालिब इल्म हमारे फ़ायदा उठाते हैं और उनकी पर्सनालिटी के डेवलपमेंट में हमें बहुत मदद मिलती है। ख्वाजा अहमद अब्बास मुस्लिम औरतां दे पर्दे दे खिलाफ सी। उन्होंने उसे जहांआरा दे नां दा इस्तेमाल करते हुए मजमून लिखे। 14वीं सदी तो ज़्यादा औरतां पर्दा नहीं करदियां क्योंकि 80% औरतां देहात विच रहिंदियां हन ते ਉਹ पर्दे ਜਿਹੀ कीमती चीज़ खरीद नहीं सकदियां। पर्दा ते शहरां विच रहण वालियां अमीर ज़ादियां दी इजाद है। अलीगढ़ विच गुजारे 9 सालां विच अब्बास साहब ने सिर्फ कानून की पढ़ाई नहीं की, बल्कि अर्थशास्त्र, नीति शास्त्र नूं भी समझिया ते शायरी, साहित्य, नाटक नूं भी एक समीक्षक के रूप विच अच्छी तरह पछाणिया। जो उनके वालिद चाहते थे, यानी वो वकालत करें, वो भी उन्होंने किया। एकेडमिक लाइफ में भी उन्होंने, उसमें भी उन्होंने एक तरह से अच्छा सा प्रवेश किया, मगर उनकी फैसिनेशन था लिखना। ये उनकी कुछ हमारे जहन में ये था कि बाछू जो हैं, बाछू मामू जान कहते थे हम उन्हें, वो जो हैं वो बहुत ही एक इनकलाबी इंसान है और थोड़े से सरफिरे इंसान हैं। जो चीज़ दिल में ठान लेते हैं वो कर गुजरते हैं, और उन्होंने अपने लिए जो जिस ज़िंदगी का इंतखाब किया शुरू ही से, वो बहुत ही ज़्यादा मुश्किल ज़िंदगी है, और उस मुश्किल ज़िंदगी को उस शख्स ने आखिर तक जिया। कभी किसी चीज़ से उन्होंने कंप्रोमाइज़ नहीं किया। अलीगढ़ तो शिक्षा प्राप्त करने तो बाद ख्वाजा अब्बास ने महसूस किया कि वो पत्रकारिता के सशक्त हथियार नाल कौम ते मुल्क की बेहतर खिदमत कर सकते हैं। उन्होंने अलीगढ़ तो विदा ली। हालांकि उन्होंने वालिद चाहते सी कि वो वकालत करन, पर वो मुंबई जाके बॉम्बे क्रॉनिकल विच एक पत्रकार की हैसियत नाल काम करन लग पे। उन्होंने जोश भरे राजनीतिक लेख लिखे, हिंदू मुस्लिम एकता की पैरवी की, और बॉम्बे क्रॉनिकल वास्ते लिखते हुए वो पंडित नेहरू दे होर भी नज़दीक आ गए। मुल्क दे हृदय विदारक बंटवारे ने उन्होंने हिला के रख दिता। इस खूनी बंटवारे ने उन्हों दा धर्म निरपेक्षता विच विश्वास होर भी वधा दिता। फिरका परस्ती दे जहर दा असर घट करन लई अब्बास साहब हिंदू मुस्लिम एकता ते समाज सुधार दे काम विच जी जानना लग पे। एकदम से ये सबसे बड़ा शौक, और उसके बाद उन्होंने जगह जगह ये देखा जिसका
जब उन्होंने देखा कि उनके अपने भाई का जब यहाँ करौल बाग में जल के खाक हुआ तो और फिर उनको बचाया उनके पड़ोसी जो सरदार जी थे, तो उस वक्त उनकी कहानी सरदार जी जो इससे मुतासिर होकर उन्होंने कहानी अपनी सरदार जी लिखी। सबसे पहले अपना ट्रॉमा का उन्होंने इजहार उस पर किया। तो प्राटिश और उसके बाद उनकी वालदा वहीं यहाँ रह गई और ख़ानदान की उनकी अब बहन वहाँ चली गई, यानी उनकी वालदा इतनी टॉर्न थी। और मैं मुझे याद है मैं बहुत
दौलत, शोहरत या दबदबा नहीं सी, ਉਹਦੀ ਕੁੱਲ ਕਾਇਨਾਤ ਸੀ ਇਨਸਾਨੀਅਤ ਦਾ ਜਜ਼ਬਾ, ਜਿਸਨੇ ਗਾਂਧੀ ਨੂੰ 5 ਸਾਲ ਦੀ ਉਮਰ ਵਿੱਚ ਵੇਖ ਕੇ ਜ਼ਿੰਦਗੀ 'ਚ ਅਪਣਾ ਲਿਆ। ਉਹ ਮਹਾਪੁਰਸ਼ ਕਹਿੰਦਾ ਹੈ, ਮੈਂ ਗਾਂਧੀ ਨੂੰ 5 ਸਾਲ ਦੀ ਉਮਰ ਵਿੱਚ ਮਿਲਿਆ, ਮੈਂ ਨਹਿਰੂ ਨਾਲ ਖਤੋ ਖਿਤਾਬਤ ਕੀਤੀ, ਮੌਲਾਨਾ ਆਜ਼ਾਦ ਜਿਹੇ ਵਤਨ ਪ੍ਰਸਤਾਂ ਨੂੰ ਮਿਲਿਆ, ਯੂਰੀ ਗਾਗਰਿਨ, ਖੁਸ਼ਚੇਵ ਜਿਹੇ ਲੀਡਰਾਂ ਨਾਲ ਮੈਂ ਹੱਸਿਆ। ਸਦੀਆਂ ਦੇ ਵਿਰਾਨੇ ਪਾਰ ਕਰਦੇ ਹੋਏ ਗੌਤਮ ਬੁੱਧ ਤੇ ਈਸਾ ਮਸੀਹ ਦਾ ਸੰਦੇਸ਼ ਮੇਰੇ ਕੰਨਾਂ ਵਿੱਚ ਗੂੰਜਦਾ ਹੈ। ਭਗਤ ਸਿੰਘ ਦੀ ਫਾਂਸੀ ਤੇ ਮੈਂ ਦਹਾੜ ਕੇ ਰੋਇਆ। ਇਹੋ ਜਿਹਾ ਅਜ਼ੀਮ ਇਨਸਾਨ ਖੁਦ ਇਨਸਾਨੀਅਤ ਦਾ ਸਰਮਾਇਆ ਹੈ। उसने जो कहा मुझसे एक गीत सुना दो ना, जो दिल में धड़कता है वो राज बता दो ना। उसने जो कहा मुझसे एक गीत सुना दो ना, जो दिल में धड़कता है वो राज बता दो ना। चा 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 चा। ਨਹਿਰੂ ਦੀ ਮੌਤ ਤੇ ਅब्बास ਸਾਹਿਬ ਨੇ ਬਲਿਟਸ ਦੇ ਲਾਸਟ ਪੇਜ ਤੇ ਲਿਖਿਆ ਸੀ, ਨਹਿਰੂ ਲਿਵਸ। ਨਹਿਰੂ ਤੇ ਲਿਖੇ ਇਹ ਅਲਫਾਜ਼ ਖੁਦ ख्वाजा अहमद अब्बास ਜਿਹੇ ਵਤਨ ਪ੍ਰਸਤ ਤੇ ਲਾਗੂ ਹੁੰਦੇ ਨੇ। अब्बास ਜਿਹੇ ਇਨਸਾਨ ਕਦੇ ਨਹੀਂ ਮਰਦੇ। अब्बास लिव्स।